ਵੈਲਕਮ ਟੂ ਮਾਈ ਚੈਨਲ ਟੈਕ ਕਿਡਸ ਲਰਨਿੰਗ। ਪਿਆਰੇ ਬੱਚਿਓ, ਅੱਜ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸੰਖੇਪ ਵਿੱਚ ਜਾਣਾਂਗੇ ਅਤੇ ਅੱਗੇ ਹੋਰ ਵੀ ਅਸੀਂ ਸਾਰੇ ਗੁਰੂ ਸਾਹਿਬਾਨ 10 ਗੁਰੂਆਂ ਸਾਹਿਬਾਨਾਂ ਦੇ ਜੀਵਨ ਬਾਰੇ ਇੱਦਾਂ ਹੀ ਸੰਖੇਪ ਵਿੱਚ ਜਾਣਾਂਗੇ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਏ ਭੋਇ ਦੀ ਤਲਵੰਡੀ ਵਿੱਚ ਹੋਇਆ। ਇਹ ਜਗ੍ਹਾ ਹੁਣ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੈ। ਬਾਅਦ ਵਿੱਚ ਇਸ ਦਾ ਨਾਂ ਨਨਕਾਣਾ ਸਾਹਿਬ ਪੈ ਗਿਆ। ਨਨਕਾਣਾ ਸਾਹਿਬ ਵਿੱਚ ਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਇੱਕ ਬਹੁਤ ਸੁੰਦਰ ਗੁਰਦੁਆਰਾ ਹੈ। ਹਰ ਸਾਲ ਨਵੰਬਰ ਵਿੱਚ ਦੁਨੀਆ ਦੇ ਹਰ ਕੋਨੇ ਤੋਂ ਗੁਰੂ ਜੀ ਦੇ ਸ਼ਰਧਾਲੂ ਜਨਮ ਦਿਹਾੜਾ ਮਨਾਉਣ ਲਈ ਆਉਂਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਮਹਿਤਾ ਕਲਿਆਣ ਦਾਸ ਸੀ, ਪਰ ਆਮ ਕਰਕੇ ਉਹਨਾਂ ਨੂੰ ਮਹਿਤਾ ਕਾਲੂ ਜੀ ਹੀ ਸੱਦਿਆ ਜਾਂਦਾ ਸੀ। ਗੁਰੂ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ। ਗੁਰੂ ਜੀ ਦੀ ਵੱਡੀ ਭੈਣ ਸੀ ਜਿਸ ਦਾ ਨਾਂ ਬੇਬੇ ਨਾਨਕੀ ਜੀ ਸੀ। ਗੁਰੂ ਜੀ ਬਚਪਨ ਤੋਂ ਹੀ ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਕਰਦੇ ਸਨ। ਹਿੰਦੂ ਮੁਸਲਮਾਨ ਸਾਰੇ ਬਾਲਕ ਨਾਨਕ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹਨਾਂ ਨੂੰ ਪਰਮਾਤਮਾ ਦਾ ਨੂਰ ਕਹਿੰਦੇ। ਹਰ ਕੋਈ ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦਾ। 2 ਸਾਲ ਦੇ ਬਾਲਕ ਨਾਨਕ ਖੇਡਣ ਜਾਂਦੇ ਤਾਂ ਅਨੋਖੇ ਖੇਡ ਖੇਡਦੇ। ਬਚਪਨ ਵਿੱਚ ਹੀ ਉਹਨਾਂ ਦੀਆਂ ਆਦਤਾਂ ਬਜ਼ੁਰਗਾਂ ਵਰਗੀਆਂ ਸਨ। ਉਹ ਲੋੜਵੰਦਾਂ ਨੂੰ ਘਰੋਂ ਅਨੇਕਾਂ ਚੀਜ਼ਾਂ ਲਿਆ ਕੇ ਦਿੰਦੇ ਅਤੇ ਭੁੱਖੇ ਯਾਤਰੀਆਂ ਨੂੰ ਘਰ ਬੁਲਾ ਕੇ ਭੋਜਨ ਕਰਵਾਉਂਦੇ। ਸਕੂਲ ਦਾ ਸਮਾਂ ਗੁਰੂ ਜੀ ਕੋਲ ਭਾਵੇਂ ਬਹੁਤ ਗਿਆਨ ਦਾ ਭੰਡਾਰ ਸੀ, ਫਿਰ ਵੀ ਮਹਿਤਾ ਕਾਲੂ ਜੀ ਦੇ ਮਨ ਵਿੱਚ ਆਇਆ ਕਿ ਉਹਨਾਂ ਨੂੰ ਵਿੱਦਿਆ ਦੇਣ ਦਾ ਉਪਰਾਲਾ ਕੀਤਾ ਜਾਏ। ਉਹ ਬਾਲਕ ਨਾਨਕ ਨੂੰ ਨਾਲ ਲੈ ਕੇ ਪਿੰਡ ਦੇ ਪੰਡਿਤ ਹਰਦਿਆਲ ਜੀ ਕੋਲ ਗਏ। ਪੰਡਿਤ ਜੀ ਨੇ ਉੱਠ ਕੇ ਮਹਿਤਾ ਕਾਲੂ ਜੀ ਦਾ ਸਵਾਗਤ ਕੀਤਾ। ਮਹਿਤਾ ਕਾਲੂ ਜੀ ਦੇ ਹੱਥ ਵਿੱਚ ਸ਼ੱਕਰ ਦਾ ਭਰਿਆ ਥਾਲ ਅਤੇ ਚਾਂਦੀ ਦੇ 5 ਰੁਪਏ ਸਨ। ਉਹਨਾਂ ਨੇ ਪੰਡਿਤ ਜੀ ਨੂੰ, ਇਸ ਬਾਲਕ ਨੂੰ ਤੁਸੀਂ ਹੀ ਵਿੱਦਿਆ ਦੇਣੀ ਹੈ। ਪੰਡਿਤ ਜੀ ਨੇ ਬਾਲਕ ਨਾਨਕ ਨੂੰ ਆਪਣੇ ਕੋਲ ਬਿਠਾ ਲਿਆ। ਮਹਿਤਾ ਕਾਲੂ ਜੀ ਸਾਰੇ ਬੱਚਿਆਂ ਨੂੰ ਸ਼ੱਕਰ ਵੰਡਣ ਲੱਗ ਪਏ। ਸਾਰੇ ਬੱਚੇ ਸਵਾਦ ਨਾਲ ਸ਼ੱਕਰ ਖਾਣ ਲੱਗੇ। ਪੰਡਿਤ ਜੀ ਨੇ ਬਾਲਕ ਨਾਨਕ ਨੂੰ ਤਖਤੀ ਉੱਤੇ ਸੱਸਾ ਲਿਖ ਦਿੱਤਾ। ਬਾਲਕ ਨਾਨਕ ਜੀ ਨੇ ਸੱਸਾ ਸੋਈ ਸ੍ਰਿਸ਼ਟ ਜਿਨ ਸਾਜੀ ਲਿਖ ਦਿੱਤਾ। ਇਹ ਵੇਖ ਕੇ ਪੰਡਿਤ ਜੀ ਦੰਗ ਰਹਿ ਗਏ ਅਤੇ ਕਹਿਣ ਲੱਗੇ, ਇਹ ਤਾਂ ਕੋਈ ਬਲੀ ਅਵਤਾਰ ਹੈ, ਇਸ ਨੂੰ ਮੈਂ ਕੀ ਪੜ੍ਹਾ ਸਕਦਾ ਹਾਂ। ਮੱਝਾਂ ਚਾਰਨ ਦਾ ਸਮਾਂ ਮਹਿਤਾ ਕਾਲੂ ਜੀ ਦੇ ਪੁੱਤਰ ਦੇ ਨਾਂ ਪੜ੍ਹਨ ਕਰਕੇ ਫਿਕਰਮੰਦ ਹੋ ਗਏ। ਉਹਨਾਂ ਨੇ ਸੋਚਿਆ ਕਿ ਇਸ ਨੂੰ ਕਿਸੇ ਕੰਮ ਉੱਪਰ ਲਾਇਆ ਜਾਵੇ। ਇਹ ਸੋਚ ਕੇ ਉਹਨਾਂ ਨੇ ਬਾਲ ਨਾਨਕ ਨੂੰ ਮੱਝਾਂ ਚਾਰਨ ਵਾਸਤੇ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਪਿਤਾ ਜੀ ਦੇ ਹੁਕਮ ਮੁਤਾਬਕ ਉਹ ਮੱਝਾਂ ਲੈ ਕੇ ਬਾਹਰ ਚਲੇ ਜਾਂਦੇ। ਮੱਝਾਂ ਜੰਗਲ ਵਿੱਚ ਹਰਾ ਹਰਾ ਘਾਹ ਖਾਂਦੀਆਂ ਰਹਿੰਦੀਆਂ ਅਤੇ ਗੁਰੂ ਜੀ ਅੱਖਾਂ ਮੀਟੀ ਰੱਬ ਦਾ ਨਾਂ ਜਪਦੇ ਰਹਿੰਦੇ। ਇੱਕ ਦਿਨ ਮੱਝਾਂ ਚਰ ਰਹੀਆਂ ਸਨ। ਗੁਰੂ ਜੀ ਇੱਕ ਰੁੱਖ ਦੀ ਛਾਵੇਂ ਸੌਂ ਗਏ। ਸੂਰਜ ਦੀ ਦਿਸ਼ਾ ਬਦਲਣ ਨਾਲ ਰੁੱਖ ਦਾ ਪਰਛਾਵਾਂ ਵੀ ਬਦਲ ਗਿਆ ਅਤੇ ਗੁਰੂ ਜੀ ਦੇ ਚਿਹਰੇ ਉੱਪਰ ਧੁੱਪ ਆ ਗਈ। ਇੱਕ ਵੱਡਾ ਸਾਰਾ ਫਨੀਅਰ ਸੱਪ ਪਤਾ ਨਹੀਂ ਕਿੱਥੋਂ ਨਿਕਲ ਆਇਆ ਅਤੇ ਉਸ ਨੇ ਗੁਰੂ ਜੀ ਦੇ ਧੁੱਪ ਵਿੱਚ ਚਮਕਦੇ ਚਿਹਰੇ ਉੱਪਰ ਆਪਣਾ ਫਨ ਖਿਲਾਰ ਕੇ ਛਾਂ ਕਰ ਦਿੱਤੀ। ਤਲਵੰਡੀ ਪਿੰਡ ਦਾ ਚੌਧਰੀ ਰਾਏ ਬੁਲਾਰ ਉਸ ਪਾਸਿਓਂ ਲੰਘਿਆ ਤਾਂ ਉਹਨਾਂ ਨੇ ਵੇਖਿਆ ਕਿ ਬਾਲਕ ਨਾਨਕ ਆਰਾਮ ਕਰ ਰਹੇ ਹਨ। ਉਹ ਹੈਰਾਨ ਸਨ ਕਿ ਆਸੇ-ਪਾਸੇ ਸਾਰੇ ਧੁੱਪ ਚਮਕ ਰਹੀ ਹੈ, ਪਰ ਬਾਲਕ ਨਾਨਕ ਦੇ
ਚਿਹਰੇ ਉੱਪਰ ਛਾਂ ਹੈ। ਜਦੋਂ ਉਹਨਾਂ ਕੋਲ ਜਾ ਕੇ ਇਹ ਅਨੋਖੀ ਗੱਲ ਦੇਖੀ ਤਾਂ ਦੰਗ ਰਹਿ ਗਏ। ਉਹ ਸਿੱਧਾ ਮਹਿਤਾ ਕਾਲੂ ਜੀ ਦੇ ਘਰ ਪਹੁੰਚਿਆ ਅਤੇ ਕਹਿਣ ਲੱਗਾ, ਆਪਣੇ ਪੁੱਤਰ ਨਾਨਕ ਨੂੰ ਕਦੀ ਬੁਰਾ ਭਲਾ ਨਾ ਕਹਿਣਾ। ਉਹ ਅੱਲਾ ਦਾ ਰੂਪ ਹੈ। ਉਸ ਦੇ ਸਿਰ ਉੱਪਰ ਸੱਪ ਨੇ ਛਾਂ ਕੀਤੀ ਹੋਈ ਹੈ। ਇਹ ਕਰਾਮਾਤ ਮੈਂ ਆਪਣੀ ਅੱਖੀਂ ਵੇਖ ਕੇ ਆਇਆ ਹਾਂ। ਉਹ ਕੋਈ ਸਧਾਰਨ ਮਨੁੱਖ ਨਹੀਂ, ਅਵਤਾਰ ਹੈ, ਪੈਗੰਬਰ ਹੈ। ਇਸ ਘਟਨਾ ਤੋਂ ਬਾਅਦ ਰਾਏ ਬੁਲਾਰ ਗੁਰੂ ਜੀ ਨੂੰ ਰੱਬ ਦਾ ਰੂਪ ਮੰਨਣ ਲੱਗ ਪਿਆ। ਜਨੇਊ ਪਾਉਣ ਦੀ ਘਟਨਾ। ਗੁਰੂ ਨਾਨਕ ਦੇਵ ਜੀ ਜਦੋਂ 9 ਸਾਲ ਦੇ ਹੋ ਗਏ ਤਾਂ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਹਿੰਦੂ ਧਰਮ ਦੇ ਰੀਤੀ ਰਿਵਾਜ ਅਨੁਸਾਰ ਹੁਣ ਉਹਨਾਂ ਨੂੰ ਜਨੇਊ ਪਾਉਣਾ ਚਾਹੀਦਾ ਹੈ। ਪੰਡਤ ਜੀ ਦੀ ਸਲਾਹ ਲੈ ਕੇ ਸ਼ੁਭ ਦਿਹਾੜਾ ਚੁਣਿਆ ਗਿਆ। ਉਸ ਦਿਨ ਸਾਰੀ ਬਰਾਦਰੀ ਇਕੱਠੀ ਹੋਈ। ਪੰਡਤ ਜੀ ਸਮੱਗਰੀ ਲੈ ਕੇ ਆ ਗਏ ਅਤੇ ਪੂਜਾ ਪਾਠ ਸ਼ੁਰੂ ਕਰ ਦਿੱਤਾ। ਪੰਡਤ ਜੀ 2 ਧਾਗਿਆਂ ਦਾ ਜਨੇਊ ਆਪਣੇ ਹੱਥ ਵਿੱਚ ਲੈ ਕੇ ਬਾਲਕ ਨਾਨਕ ਦੇ ਗਲੇ ਵਿੱਚ ਪਾਉਣ ਲੱਗੇ ਤਾਂ ਬਾਬਾ ਨਾਨਕ ਨੇ ਪੰਡਤ ਜੀ ਦਾ ਹੱਥ ਫੜ ਕੇ ਹੱਸਦੇ ਹੋਏ ਪੁੱਛਿਆ, ਇਸ ਨੂੰ ਪਾਉਣਾ ਕਿਉਂ ਜ਼ਰੂਰੀ ਹੈ? ਹਿੰਦੂ ਧਰਮ ਦਾ ਚਿੰਨ੍ਹ ਹੈ ਅਤੇ ਇਸ ਨਾਲ ਆਤਮ ਗਿਆਨ ਹੁੰਦਾ ਹੈ। ਪੰਡਤ ਜੀ ਨੇ ਜਵਾਬ ਦਿੱਤਾ, ਪਰ ਇਹ ਤਾਂ ਧਾਗੇ ਦਾ ਬਣਿਆ ਹੈ, ਸਮਾਂ ਪੈਣ 'ਤੇ ਇਹ ਘਸ ਕੇ ਟੁੱਟ ਜਾਏਗਾ, ਨਸ਼ਟ ਹੋ ਜਾਏਗਾ। ਗੁਰੂ ਨਾਨਕ ਜੀ ਨੇ ਕਿਹਾ, ਫਿਰ ਕਿਸ ਤਰ੍ਹਾਂ ਦਾ ਜਨੇਊ ਹੋਵੇ? ਪੰਡਤ ਜੀ ਨੇ ਗੁਰੂ ਜੀ ਦੀ ਗੱਲ ਤੋਂ ਬਹੁਤ ਪ੍ਰਭਾਵਿਤ ਹੋ ਕੇ ਪੁੱਛਿਆ, ਕੋਈ ਪੱਕਾ ਹਮੇਸ਼ਾ ਰਹਿਣ ਵਾਲਾ ਜਨੇਊ ਪਹਿਨਾਓ ਜੋ ਹਮੇਸ਼ਾ ਆਤਮਾ ਦੇ ਨਾਲ ਰਹੇ। ਬਾਲਕ ਨਾਨਕ ਸਹਿਜ ਸੁਭਾਅ ਬੋਲ ਰਹੇ ਸਨ। ਉਹ ਕਿਸ ਤਰ੍ਹਾਂ ਦਾ ਹੈ ਬੇਟਾ? ਪੰਡਤ ਜੀ ਨੇ ਸਵਾਲੀਆ ਚਿੰਨ੍ਹ ਬਣਾਏ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ। ਗੁਰੂ ਜੀ ਨੇ ਸ਼ਲੋਕ ਉਚਾਰਿਆ। ਪੰਡਤ ਜੀ ਬਾਲਕ ਨਾਨਕ ਦੇ ਅਨੋਖੇ ਸ਼ਬਦ ਸੁਣ ਕੇ ਉਹਨਾਂ ਦੇ ਤੇਜਸਵੀ ਚਿਹਰੇ ਵੱਲ ਵੇਖਦੇ ਹੀ ਰਹਿ ਗਏ। ਬਰਾਦਰੀ ਦੇ ਲੋਕ ਇੱਕ ਦੂਜੇ ਵੱਲ ਵੇਖ ਰਹੇ ਸਨ। ਸ਼ੁਭ ਗੁਣ ਹੀ ਧਰਮ ਦਾ ਚਿੰਨ੍ਹ ਹੈ। ਸ਼ੁਭ ਕੰਮ ਕਰਨ ਵਾਲਾ ਮਨੁੱਖ ਹੀ ਦਰਬਾਰ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਗੁਰੂ ਜੀ ਪੰਡਤ ਜੀ ਨੂੰ ਦੱਸ ਰਹੇ ਸਨ। ਇਹ ਸੁਣ ਕੇ ਧਾਗੇ ਦਾ ਜਨੇਊ ਪੰਡਤ ਜੀ ਦੇ ਹੱਥ ਵਿੱਚ ਫੜਿਆ ਹੀ ਰਹਿ ਗਿਆ। ਸੱਚਾ ਸੌਦਾ ਕਰਨ ਦੀ ਕਹਾਣੀ। ਜਦੋਂ ਗੁਰੂ ਜੀ 14-15 ਸਾਲਾਂ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਵਪਾਰ ਵਾਲੇ ਪਾਸੇ ਲਾਉਣ ਲਈ ਸੋਚਿਆ। ਉਹਨਾਂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ, ਪੁੱਤਰ ਜੀ ਜਾਓ ਅਤੇ ਕੋਈ ਨਫੇਬੰਦ ਸੌਦਾ, ਕੋਈ ਖਰਾ ਸੌਦਾ ਕਰਕੇ ਆਓ। ਮਹਿਤਾ ਕਾਲੂ ਜੀ ਦੇ ਕਹਿਣ ਦਾ ਮਤਲਬ ਸੀ ਕਿ ਉਹ 20 ਰੁਪਏ ਦੀ ਕੋਈ ਚੀਜ਼ ਵਸਤ ਖਰੀਦ ਲੈਣਗੇ ਅਤੇ ਦੂਸਰੇ ਪਿੰਡ ਜਾ ਕੇ ਉਸ ਨੂੰ ਮਹਿੰਗੀ ਵੇਚ ਦੇਣਗੇ। ਇਸ ਤਰ੍ਹਾਂ ਹੌਲੀ-ਹੌਲੀ ਕਰਨ ਨਾਲ ਉਹਨਾਂ ਦੀ ਰਾਸ ਵੱਧ ਜਾਏਗੀ ਅਤੇ ਕੰਮ ਵਿੱਚ ਦਿਲ ਵੀ ਲੱਗ ਜਾਏਗਾ। ਪਿਤਾ ਜੀ ਦੇ ਹੁਕਮ ਮੁਤਾਬਿਕ ਗੁਰੂ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਘਰੋਂ ਤੁਰ ਪਏ। 12 ਮੀਲਾਂ ਦਾ ਸਫ਼ਰ ਕਰਨ ਮਗਰੋਂ ਉਹ ਚੂੜਕਾਣੇ ਦੇ ਨੇੜੇ ਪਹੁੰਚੇ। ਉਹਨਾਂ ਨੇ ਵੇਖਿਆ ਕਿ ਦਰੱਖਤਾਂ ਹੇਠ ਕੁਝ ਸਾਧੂ ਬੈਠੇ ਹੋਏ ਹਨ। ਗੁਰੂ ਜੀ ਨੇ ਉਹਨਾਂ ਵੱਲ ਤੁਰਨ ਲਈ ਕਿਹਾ ਅਤੇ ਕੋਲ ਜਾ ਬੈਠੇ। ਪਤਾ ਲੱਗਾ ਕਿ ਸਾਰੇ ਸਾਧੂ ਮਹਾਤਮਾ 4 ਦਿਨਾਂ ਤੋਂ ਭੁੱਖੇ ਬੈਠੇ ਹਨ। ਗੁਰੂ ਜੀ ਨੇ ਸੋਚਿਆ ਕਿ ਅਜਿਹੇ ਸਾਧੂ ਮਹਾਤਮਾ ਨੂੰ ਭੋਜਨ ਛਕਾਉਣਾ ਇਸ ਤੋਂ ਵਧੀਆ ਕੋਈ ਹੋਰ ਖਰਾ ਤੇ ਲਾਹੇਵੰਦ ਸੌਦਾ ਕਿਹੜਾ ਹੋ ਸਕਦਾ ਹੈ। ਇਹ ਸੋਚ ਕੇ ਗੁਰੂ ਜੀ ਨੇ 20 ਰੁਪਈਆਂ ਨਾਲ ਸਾਰੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ। ਸਾਧੂ ਲੋਕ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਬਾਲਕ ਨਾਨਕ ਨੂੰ ਅਸ਼ੀਰਵਾਦ ਦਿੱਤਾ। ਇਹ ਸੱਚਾ ਸੌਦਾ ਕਰਕੇ ਗੁਰੂ ਜੀ ਅਤੇ ਭਾਈ ਬਾਲਾ ਘਰ ਵੱਲ ਤੁਰ ਪਏ। ਜਦੋਂ ਗੁਰੂ ਜੀ ਆਪਣੇ ਪਿੰਡ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਖਿਆਲ ਆਇਆ ਕਿ ਪਿਤਾ ਜੀ ਨੇ
ਇਸ ਨੂੰ ਸੱਚਾ ਸੌਦਾ ਨਹੀਂ ਸਮਝਣਾ। ਉਹਨਾਂ ਨੇ ਕਹਿਣਾ ਕਿ ਤੂੰ ਪੈਸੇ ਫਜ਼ੂਲ ਲੁਟਾ ਆਇਆ ਹੈ। ਇਸ ਲਈ ਉਹ ਪਿੰਡ ਦੇ ਬਾਹਰ ਹੀ ਇੱਕ ਵੱਡੇ ਸਾਰੇ ਦਰਖਤ ਥੱਲੇ ਬੈਠ ਗਏ। ਇਸ ਦਰਖਤ ਦੀਆਂ ਟਾਹਣੀਆਂ ਬਹੁਤ ਝੁਕੀਆਂ ਹੋਈਆਂ ਸਨ। ਦੂਰੋਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੋਈ ਤੰਬੂ ਲੱਗਾ ਹੋਵੇ। ਭਾਈ ਬਾਲੇ ਨੂੰ ਗੁਰੂ ਜੀ ਨੇ ਘਰ ਭੇਜ ਦਿੱਤਾ। ਘਰ ਪਹੁੰਚ ਗਏ ਭਾਈ ਬਾਲੇ ਨੇ ਸਾਰੀ ਗੱਲ ਮਹਿਤਾ ਕਾਲੂ ਜੀ ਨੂੰ ਦੱਸੀ। ਮਹਿਤਾ ਕਾਲੂ ਜੀ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਹ ਪਿੰਡ ਦੇ ਬਾਹਰ ਉਸ ਦਰਖਤ ਕੋਲ ਆ ਗਏ ਅਤੇ ਬਾਲਕ ਨਾਨਕ ਨੂੰ ਦਰਖਤ ਹੇਠੋਂ ਕੱਢ ਕੇ ਚਪੇੜਾਂ ਮਾਰਨ ਲੱਗ ਪਏ। ਗੁਰੂ ਜੀ ਚੁੱਪ ਚਪੀਤੇ ਮਾਰ ਝੱਲੀ ਗਏ। ਪਿਤਾ ਕਾਲੂ ਜੀ ਦੀ ਇਸ ਮਾਰ ਤੋਂ ਬੇਬੇ ਨਾਨਕੀ ਜੀ ਨੇ ਆਣ ਕੇ ਬਚਾਇਆ। ਬੇਬੇ ਨਾਨਕੀ ਜੀ ਨੇ ਵੀ ਪਿਤਾ ਜੀ ਨੂੰ ਸਮਝਾਇਆ ਕਿ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਣ ਤੋਂ ਵਧੀਆ ਖਰਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਬੇਬੇ ਨਾਨਕੀ ਦੀ ਇਹ ਗੱਲ ਸੁਣ ਕੇ ਮਹਿਤਾ ਕਾਲੂ ਜੀ ਚੁੱਪ ਹੋ ਗਏ। ਜਦੋਂ ਪਿੰਡ ਦੇ ਚੌਧਰੀ ਰਾਏ ਬੁਲਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ। ਉਸ ਨੇ ਮਹਿਤਾ ਕਾਲੂ ਜੀ ਨੂੰ ਕਿਹਾ, ਮੁੜ ਕੇ ਇਸ ਰੱਬ ਦੇ ਬੰਦੇ ਨੂੰ ਕਦੇ ਨਾ ਮਾਰਨਾ। ਜੋ ਨੁਕਸਾਨ ਇਹ ਕਰੇ ਉਹ ਮੈਂ ਭਰ ਦਿਆ ਕਰਾਂਗੇ। ਮਰਦਾਨਾ ਜੀ ਨਾਲ ਮੁਲਾਕਾਤ। ਇੱਕ ਦਿਨ ਬਾਲਕ ਨਾਨਕ ਜੀ ਇੱਕ ਦਰਖਤ ਥੱਲੇ ਆਰਾਮ ਕਰ ਰਹੇ ਸਨ। ਉਹਨਾਂ ਦੇ ਕੰਨਾਂ ਵਿੱਚ ਇੱਕ ਬੜੀ ਮਧੁਰ ਆਵਾਜ਼ ਪਈ। ਉਹ ਕੁਝ ਦੇਰ ਆਵਾਜ਼ ਸੁਣਦੇ ਰਹੇ। ਫਿਰ ਉਹ ਉਸ ਪਾਸੇ ਹੋ ਤੁਰੇ ਜਿੱਧਰੋਂ ਆਵਾਜ਼ ਆ ਰਹੀ ਸੀ। ਮਰਦਾਨਾ ਰਬਾਬ ਵਜਾ ਰਿਹਾ ਸੀ। ਗੁਰੂ ਜੀ ਨੇ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਕਿਹਾ, ਜੀ ਮੈਨੂੰ ਦਾਨਾ ਕਹਿੰਦੇ ਹਨ। ਗੁਰੂ ਜੀ ਬੋਲੇ, ਇਸ ਦੇ ਨਾਲ ਬਾਣੀ ਵੀ ਗਾਓ, ਫਿਰ ਤੂੰ ਮਰਦਾਨਾ ਕਹਾਵੇਂਗਾ। ਤੁਸੀਂ ਗਾਓ, ਮੈਂ ਸੁਰ ਵਜਾਵਾਂਗਾ। ਮਰਦਾਨਾ ਨੇ ਕਿਹਾ, ਆਪਣੇ ਵਾਹਿਗੁਰੂ ਜੀ ਬਾਣੀ ਗਾਓ, ਇੱਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ। ਮਰਦਾਨਾ ਗੁਰੂ ਜੀ ਵੱਲ ਵੇਖਦਾ ਹੀ ਰਹਿ ਗਿਆ। ਫਿਰ ਉਸ ਦੇ ਹੱਥ ਰਬਾਬ ਉੱਪਰ ਨੱਚਣ ਲੱਗੇ। ਗੁਰੂ ਨਾਨਕ ਜੀ ਅੱਖਾਂ ਬੰਦ ਕਰਕੇ ਨਜ਼ਦੀਕ ਬੈਠ ਗਏ। ਮਰਦਾਨਾ ਸੰਗੀਤ ਦੇ ਸੁਰ ਛੇੜ ਰਿਹਾ ਸੀ ਅਤੇ ਬਾਲਕ ਨਾਨਕ ਬਾਣੀ ਗਾ ਰਹੇ ਸਨ। ਇਸ ਤਰ੍ਹਾਂ ਮਰਦਾਨਾ ਗੁਰੂ ਜੀ ਦਾ ਰੋਜ਼ ਦਾ ਸਾਥੀ ਬਣ ਗਿਆ। ਮਰਦਾਨਾ ਰਬਾਬ ਵਜਾਉਂਦਾ ਅਤੇ ਗੁਰੂ ਜੀ ਬਾਣੀ ਉਚਾਰਦੇ। ਮੋਦੀਖਾਨੇ ਵਿੱਚ ਨੌਕਰੀ। ਬੇਬੇ ਨਾਨਕੀ ਜੀ ਅਤੇ ਉਹਨਾਂ ਦਾ ਪਤੀ ਦੀਵਾਨ ਜੈ ਰਾਮ ਸੁਲਤਾਨਪੁਰ ਲੋਧੀ ਰਹਿੰਦੇ ਸਨ। ਮਹਿਤਾ ਕਾਲੂ ਜੀ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਕਿਸੇ ਚੰਗੇ ਕੰਮ ਲੱਗ ਜਾਵੇ ਅਤੇ ਕੁਝ ਖੱਟਣ ਕਮਾਉਣ ਜੋਗਾ ਹੋ ਜਾਵੇ। ਇਹ ਸੋਚ ਕੇ ਗੁਰੂ ਨਾਨਕ ਦੇਵ ਜੀ ਨੂੰ ਭੈਣ ਬੇਬੇ ਨਾਨਕੀ ਨਾਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਸ਼੍ਰੀ ਜੈ ਰਾਮ ਜੀ ਗੁਰੂ ਜੀ ਨੂੰ ਸੁਲਤਾਨਪੁਰ ਲੋਧੀ ਲੈ ਆਏ ਅਤੇ ਹਾਕਮ ਨਵਾਬ ਦੌਲਤ ਖਾਂ ਕੋਲ ਲੈ ਗਏ। ਨਵਾਬ ਨੇ ਗੁਰੂ ਜੀ ਨੂੰ ਮੋਦੀਖਾਨੇ ਦਾ ਮੋਦੀ ਲਗਾ ਦਿੱਤਾ। ਉਸ ਸਮੇਂ ਵਿੱਚ ਜਿਹੜਾ ਟੈਕਸ ਲੱਗਦਾ ਸੀ ਉਹ ਕਣਕ, ਚਾਵਲ ਜਾਂ ਕਿਸੇ ਹੋਰ ਜਿਨਸ ਦੇ ਰੂਪ ਵਿੱਚ ਲਿਆ ਜਾਂਦਾ ਸੀ। ਸੋ ਇੱਥੇ ਇਹ ਸਾਰਾ ਕੁਝ ਇਕੱਠਾ ਹੁੰਦਾ ਸੀ। ਉਸ ਨੂੰ ਮੋਦੀਖਾਨਾ ਆਖਦੇ ਸਨ। ਜਿਹੜਾ ਮੋਦੀਖਾਨੇ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਸੀ ਉਸ ਨੂੰ ਮੋਦੀ ਕਹਿੰਦੇ ਸਨ। ਜਿਨਸਾਂ ਲੈਣ ਤੋਂ ਬਾਅਦ ਲੋਕੀ ਉਸ ਨੂੰ ਲੋੜ ਮੁਤਾਬਕ ਖਰੀਦ ਵੀ ਲੈਂਦੇ ਸਨ। ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦਾ ਕੰਮ ਬੜੇ ਵਧੀਆ ਤਰੀਕੇ ਨਾਲ ਚਲਾਇਆ। ਉਹ ਹਮੇਸ਼ਾ ਸੱਚ ਬੋਲਦੇ ਅਤੇ ਪੂਰਾ ਤੋਲਦੇ ਸਨ। ਉਹ ਕਿਸੇ ਦਾ ਵੀ ਹੱਕ ਨਹੀਂ ਸਨ ਮਾਰਦੇ। ਗਰੀਬਾਂ ਅਤੇ ਲੋੜਵੰਦਾਂ ਨੂੰ ਉਹ ਵੱਧ ਤੋਲ ਦਿੰਦੇ ਸਨ। ਇਸ ਤਰ੍ਹਾਂ ਕਰਨ ਨਾਲ ਜੋ ਘਾਟਾ ਪੈਂਦਾ ਸੀ ਉਹ ਆਪਣੀ ਰਸਦ ਵਿੱਚੋਂ ਪੂਰਾ ਕਰ ਲੈਂਦੇ ਸਨ। ਗਰੀਬ ਲੋਕ ਉਹਨਾਂ ਨੂੰ ਬੜਾ ਹੀ ਪਿਆਰ ਕਰਨ ਲੱਗੇ। ਪਰ ਕੁਝ ਮਾੜੇ ਬੰਦਿਆਂ ਨੇ ਨਵਾਬ ਕੋਲ ਜਾ ਕੇ ਕਿਹਾ, ਨਾਨਕ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਉਹ ਤਾਂ ਤੇਰਾ ਕਰਕੇ ਗਰੀਬਾਂ ਨੂੰ ਵੱਧ ਤੋਲ ਰਿਹਾ ਹੈ। ਨਵਾਬ ਨੇ ਕਈ ਵਾਰ ਹਿਸਾਬ ਕੀਤਾ ਅਤੇ ਕਰਵਾਇਆ, ਪਰ ਹਰ ਵਾਰੀ ਗੁਰੂ ਜੀ ਦਾ ਵਾਧਾ ਹੀ ਨਿਕਲਦਾ ਰਿਹਾ। ਗੁਰੂ ਜੀ ਨੇ ਹੱਥੀਂ ਕਿਰਤ ਕੀਤੀ ਅਤੇ ਕਰਦੇ ਸਨ ਅਤੇ ਰੱਬ ਨੂੰ ਹਮੇਸ਼ਾ ਯਾਦ ਰੱਖਦੇ ਸਨ। ਉਹਨਾਂ ਨੇ ਆਪਣੇ 3 ਅਸੂਲਾਂ ਕਿਰਤ ਕਰਨੀ,
ਨਾਮ ਜਪਣਾ ਅਤੇ ਵੰਡ ਛਕਣਾ ਨੂੰ ਕਰਕੇ ਵਿਖਾਇਆ। ਸੋ ਬੱਚਿਓ, ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਸੰਖੇਪ ਝਾਤ, ਜਿਨ੍ਹਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਹੱਥੀਂ ਕੰਮ ਕਰਨਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਕਰਨ ਦੇ ਨਾਲ ਨਾਲ ਸਾਨੂੰ ਮਨ ਵਿੱਚ ਉਸ ਪ੍ਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਅਤੇ ਜੇਕਰ ਸਾਡੇ ਕੋਲ ਲੋੜ ਤੋਂ ਜ਼ਿਆਦਾ ਹੈ ਤਾਂ ਸਾਨੂੰ ਲੋੜਵੰਦਾਂ ਨਾਲ ਉਹ ਵੰਡ ਕੇ ਛਕਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਜੀ।